सतनाम वाहिगुरु। वाहिगुरु जी। श्री नानक पद पंकज बंदन, पद पंकज बंदन। सिमरौ अंगद दुख निकंदन। अमरदास गुर हृदय ध्यावो, हृदय ध्यावो। श्री गुरु रामदास गुण गावो। श्री अर्जन विघ्नन के नाशक, विघ्नन के नाशक। हर गोबिंद शुभ सुमत प्रकाशक। श्री हर राय नमो कर जोरी, नमो कर जोरी। श्री हर कृष्ण मनाव बहुरी। गुर तेग बहादुर परम कृपाला जी, परम कृपाला। श्री गुरु गोबिंद सिंह विसाला। तारों तारा पर पुन पुन सीसा जी, पुन पुन सीसा। बंदो बार बार जगदीसा। एक अंकारा सतगुरु, ते प्रसाद सच होए। वाहिगुरु जी की फतेह। विघ्न विनाशन सोए। बाणी गुरु गुरु है बाणी, विच बाणी अमृत सारे। गुरबाणी कहे सेवक जन मानै, प्रतख गुरु निस्तारे। गुरबाणी कहे सेवक जन मानै, प्रतख गुरु निस्तारे। सतनाम श्री वाहिगुरु साहिब जी। चौपाई विच करतारपुरे जगराई। श्री अंगद को दीन बढ़ाई। आपन कीन सचखंड पयाना, जोत रूप बिबतन पलटाना। विच करतारपुरे जगराई। वाहिगुरु जी का खालसा, वाहिगुरु जी की फतेह। सतगुरु गरीब नवाज सच्चे पातशाह, चवर छतर तख्त दे मालक, कुल दुनिया नूं प्रकाशन वाले, कोट खंडा ब्रह्मंडा नूं साजण वाले, कण कण दे विच व्यापक परमात्मा अकाल पुरख दे सरगुण स्वरूप। धन धन साहिब श्री गुरु नानक देव जी महाराज। धन धन साहिब श्री गुरु गोबिंद सिंह जी महाराज। दसां ही पातशाहियां दे आत्मक स्वरूप जागदी जोत। हाजर नाजर प्रतख सतगुरु सच्चे पातशाह, गुरता गद्दी ते सुभाईमान। धन धन साहिब श्री गुरु ग्रंथ साहिब महाराज जियां दे पावन हजूरी दे अंदर बड़ी शरधा ते भावना दे नाल आपो अपनी हाजरी लवा रही गरीब नवाज पातशाह महाराज जियां दी साजी नवाजी साध संगत जीओ। इस अस्थान गुरुद्वारा दशमेश नगर वालों प्रबंधक जन जिहड़े ने सूझवान
ਭਾਈ ਕੁਲਵੀਰ ਸਿੰਘ ਜੀ, ਦਲਵੀਰ ਸਿੰਘ ਜੀ, ਸਮੁੱਚੇ ਹੀ ਗੁਰਮੁਖ ਪਿਆਰਿਆਂ ਨੇ ਇਹ ਮਨ ਦੇ ਵਿੱਚ ਖਿਆਲ ਕੀਤਾ ਕਿ ਸੰਧਿਆ ਦੇ ਸਮੇਂ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਜੀਵਨ ਕੌਤਕਾਂ ਦੀ ਜੋ ਕਥਾ, ਜੋ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਉਹਨਾਂ ਵੱਲੋਂ ਛੰਦਾਬੰਦੀ ਦੇ ਵਿੱਚ ਜੋ ਇਤਿਹਾਸ ਲਿਖਿਆ ਗਿਆ ਹੈ, ਉਸ ਇਤਿਹਾਸ ਦੀ ਕਥਾ ਦੇ ਨਾਲ ਗੁਰੂ ਕੀਆਂ ਸੰਗਤਾਂ ਨੂੰ ਜੋੜਿਆ ਜਾਵੇ ਔਰ ਇਤਿਹਾਸ ਦੀ ਕਥਾ ਨੂੰ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਜਾਣ। ਤੋ ਸਾਧ ਸੰਗਤ ਜੀ, ਇੱਕ ਗੱਲ ਸਾਨੂੰ ਇਹ ਜਾਣਨੀ ਪਵੇਗੀ, ਮੰਨਣੀ ਪਵੇਗੀ ਕਿ ਜੋ ਗੁਰਬਾਣੀ ਦੀ ਜਾਂ ਇਤਿਹਾਸ ਦੀ ਕਥਾ ਹੈ, ਇਹ ਅੰਮ੍ਰਿਤ ਦੀਆਂ ਘੁੱਟਾਂ ਨੇ। ਜਿਹੜਾ ਇਹਨਾਂ ਨੂੰ ਸਰਵਣ ਕਰਦਾ ਹੈ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ, ਉਹਦਾ ਹਿਰਦਾ ਜਿਹੜਾ ਅੰਮ੍ਰਿਤ ਰਸ ਦੇ ਨਾਲ ਭਰਦਾ ਹੈ। ਪਰ ਉਹਦੇ ਤੇ ਕਿਰਪਾ ਹੁੰਦੀ ਹੈ ਜਿਹਦੇ ਅੰਦਰ ਭਾਵਨਾ ਹੈ, ਜਿਹਦੇ ਅੰਦਰ ਗੁਰੂ ਦੇ ਪ੍ਰਤੀ ਪ੍ਰੇਮ ਹੈ, ਭਰੋਸਾ ਹੈ, ਉਸ ਸਿੱਖ ਦੇ ਉੱਤੇ ਕਿਰਪਾ ਹੁੰਦੀ ਹੈ। ਤੇ ਸਾਧ ਸੰਗਤ ਜੀ, ਜੋ ਨਾਨਕ ਪ੍ਰਕਾਸ਼ ਜਾਂ ਸੰਪੂਰਨ ਗੁਰਪ੍ਰਤਾਪ ਸੂਰਜ ਗ੍ਰੰਥ ਹੈ, ਇਹ ਬਹੁਤ ਜ਼ਿਆਦਾ ਵਿਦਵਾਨ ਮਹਾਂਪੁਰਖ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ, ਉਹਨਾਂ ਨੇ ਸਾਰੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਕਲਮਬੰਦ ਕੀਤਾ। ਜਿਸ ਤਰ੍ਹਾਂ ਦੇ ਨਾਲ ਗੁਰੂ ਸਾਹਿਬਾਨਾਂ ਨੇ ਉਹਨਾਂ ਦੇ ਉੱਤੇ ਕਿਰਪਾ ਕੀਤੀ ਤੇ ਬਹੁਤ ਹੀ ਜ਼ਿਆਦਾ ਵਿਦਵਾਨ ਔਰ ਬਹੁਤ ਹੀ ਜ਼ਿਆਦਾ ਵਿਦਿਆ ਦੇ ਗਿਆਤਾ ਸਨ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ। ਔਰ ਉਹਨਾਂ ਦੇ ਇਸ ਗ੍ਰੰਥ ਦੀ, ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਬਹੁਤ ਜ਼ਿਆਦਾ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਹੁੰਦੀ ਹੈ, ਜਾਂ ਹੋਰ ਵੀ ਜਿਹੜੇ ਜਿੱਥੇ ਸੂਝਵਾਨ ਕਮੇਟੀਆਂ ਨੇ, ਉੱਥੇ ਜਿੱਥੇ ਗੁਰਬਾਣੀ ਦੀ ਕਥਾ ਹੁੰਦੀ ਹੈ, ਸੰਧਿਆ ਦੇ ਵੇਲੇ ਇਤਿਹਾਸ ਦੀ ਕਥਾ ਦੇ ਨਾਲ ਜੁੜ ਕੇ ਵੀ ਸੰਗਤਾਂ ਲਾਹਾ ਪ੍ਰਾਪਤ ਕਰਦੀਆਂ ਨੇ। ਇਤਿਹਾਸ ਦੀ ਕਥਾ ਦੇ ਵਿੱਚ ਖਿੱਚ ਵਾਲੀ ਇੱਕ ਹੋਰ ਗੱਲ ਹੈ ਕਿ ਜਿਵੇਂ ਜਿਵੇਂ ਇਤਿਹਾਸ ਦੀ ਕਥਾ ਹੋਈ ਜਾਂਦੀ ਹੈ, ਉਵੇਂ ਉਵੇਂ ਮਨ ਦੇ ਵਿੱਚ ਸਾਡੇ ਉਹ ਖਿਆਲ ਬਣੀ ਜਾਂਦਾ ਹੈ, ਉਹ ਦ੍ਰਿਸ਼ ਬਣੀ ਜਾਂਦਾ ਹੈ। ਕਿਉਂਕਿ ਕਵੀ ਜੀ ਨੇ ਐਸਾ ਕੋਈ ਬਚਨ ਛੱਡਿਆ ਨਹੀਂ ਜਿਹੜਾ ਉਹਨਾਂ ਨੇ ਇਸ ਗ੍ਰੰਥ ਦੇ ਵਿੱਚ ਨਾ ਲਿਖਿਆ ਹੋਵੇ। ਕਹਿਣ ਤੋਂ ਭਾਵ ਗੁਰੂ ਸਾਹਿਬ ਜੀ ਦਾ ਸਰੂਪ ਜਿਵੇਂ ਜਿਵੇਂ ਬਚਨ ਕੀਤੇ, ਜਿਵੇਂ ਜਿਵੇਂ ਅੱਗੋਂ ਸਿੱਖਾਂ ਨੇ ਬਚਨ ਕੀਤੇ, ਜਾਂ ਜਿੱਥੇ ਵੀ ਮਹਾਰਾਜ ਜੀ ਨੇ ਜਾ ਕੇ ਉਪਦੇਸ਼ ਦਿੱਤਾ, ਉਹ ਕੱਲੀ ਕੱਲੀ ਗੱਲ ਨੂੰ ਇਹਨਾਂ ਨੇ ਕਲਮਬੰਦ ਕੀਤਾ ਤੇ ਉਸ ਵੇਲੇ ਜਿਹੜੇ ਚਿਹਰੇ ਦੇ ਜਾਂ ਸਰੀਰ ਦੇ ਹਾਵ ਭਾਵ ਉਹਨਾਂ ਨੂੰ ਵੀ ਲਿਖ ਦਿੱਤਾ। ਐਸੇ ਮਹਾਨ ਰਚਨਾਕਾਰ ਹੋਏ ਨੇ। ਹੁਣ ਮਨ ਦੇ ਵਿੱਚ ਇਹ ਵੀ ਇੱਕ ਸਵਾਲ ਬਣਦਾ ਵੀ ਇਹ ਗ੍ਰੰਥ ਲਿਖਣ ਦੀ ਲੋੜ ਕਿਉਂ ਪਈ? ਉਹਦਾ ਕਾਰਨ ਸਾਧ ਸੰਗਤ ਦੀ ਇਹ ਬਣਿਆ ਵੀ ਜੋ ਕਬੀਰ ਪੰਥੀਏ ਜਾਂ ਹੋਰ ਸਨ, ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਤਿਹਾਸ ਦੀਆਂ ਸਾਖੀਆਂ ਦੇ ਵਿੱਚ ਬੜਾ ਵਿਗਾੜ ਪਾ ਦਿੱਤਾ। ਉਹਨਾਂ ਨੇ ਵਿੱਚੋਂ ਕਈ ਜਿਹੜੇ ਸੀ ਪ੍ਰਸੰਗ ਕੱਢ ਦਿੱਤੇ, ਕਈ ਉਹਨਾਂ ਨੇ ਵਿੱਚ ਅਦਲਾ ਬਦਲੀ ਕਰ ਦਿੱਤੀ। ਜਦੋਂ ਕਵੀ ਜੀ ਨੇ ਇਤਿਹਾਸ ਪੜ੍ਹਿਆ ਤੇ ਉਹਨਾਂ ਦੇ ਮਨ ਦੇ ਵਿੱਚ ਬੜਾ ਦੁੱਖ ਲੱਗਾ ਵੀ ਇਹਨਾਂ ਨੇ ਆਪਣੇ ਜਿਹੜੇ ਇਹਨਾਂ ਦੇ ਗੁਰੂ ਨੇ ਜਾਂ ਵੱਡ ਵਡੇਰੇ ਨੇ, ਉਹਨਾਂ ਨੂੰ ਵੱਡਾ ਦੱਸ ਦਿੱਤਾ, ਗੁਰੂ ਨਾਨਕ ਜੀ ਦੇ ਪ੍ਰਸੰਗਾਂ ਨੂੰ ਵਿਗਾੜਿਆ। ਉਹਨਾਂ ਨੇ ਫਿਰ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਦਸਾਂ ਪਾਤਸ਼ਾਹੀਆਂ ਦਾ ਊਟ ਆਸਰਾ ਲੈਂਦਿਆਂ ਹੋਇਆ ਇਸ ਮਹਾਨ ਰਚਨਾ ਨੂੰ ਆਪਣੇ ਮੁਖਾਰ ਬਿੰਦ ਦੇ ਵਿੱਚੋਂ ਪ੍ਰਗਟ ਕੀਤਾ। ਇਹਦੇ ਜਿਹੜੇ ਸਾਧ ਸੰਗਤ ਜੀ ਮੰਗਲ ਨੇ, ਉਹਨਾਂ ਨੂੰ ਆਪਾਂ ਛੱਡ ਦਿੱਤਾ, ਕਿਉਂਕਿ ਜੇ ਆਪਾਂ ਮੰਗਲਾਂ ਦੀ ਕਥਾ ਕਰਾਂਗੇ ਉਹਦੇ ਤੇ ਫਿਰ ਬੜਾ ਸਮਾਂ ਲੱਗ ਜਾਂਦਾ ਹੈ। ਤੋ ਇਸ ਕਰਕੇ ਸੰਗਤਾਂ ਜਿਵੇਂ ਪ੍ਰਬੰਧਕ ਜਨਾਂ ਨੇ ਦੱਸਿਆ ਤੇ ਆਪਾਂ ਬਿਲਕੁਲ ਇਤਿਹਾਸ ਤੋਂ ਜਿੱਥੋਂ ਪ੍ਰਾਰੰਭ ਹੁੰਦਾ ਉੱਥੋਂ ਹੀ ਕਰੀਏ। ਤੋ ਇਸ ਕਰਕੇ ਜਿੱਥੋਂ ਇਹ ਇਤਿਹਾਸ ਪ੍ਰਾਰੰਭ ਹੋ ਰਿਹਾ, ਕਵੀ ਜੀ ਲਿਖਦੇ ਨੇ, ਉੱਥੋਂ ਹੀ ਆਪਾਂ ਇਸ ਕਥਾ ਨੂੰ ਆਰੰਭ ਕਰਾਂਗੇ। ਆਪ ਜੀ ਦੇ ਗਿਆਤ ਹੈ ਤਾਂ ਮੈਂ ਬੇਨਤੀ ਕਰਾਂ, ਕਵੀ ਜੀ ਉੱਥੋਂ ਇਹ ਇਤਿਹਾਸ ਪ੍ਰਾਰੰਭ ਕਰਦੇ ਨੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਵਡਿਆਈ
ਹੋਰ ਬਖਸ਼ਿਸ਼ਾਂ ਕਰਕੇ ਆਪ ਸੱਚਖੰਡ ਚਲੇ ਜਾਂਦੇ ਨੇ ਤੇ ਗਰੀਬ ਨਵਾਜ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਹੁੰਦੇ ਨੇ। ਕੌਤਕ ਕੁਝ ਇਸ ਤਰ੍ਹਾਂ ਦੇ ਨਾਲ ਵੀ ਵਰਤਦਾ ਹੈ ਕਿ ਭਾਈ ਬਾਲਾ ਜੀ ਜਿਹੜੇ ਨੇ ਉਹਨਾਂ ਨੂੰ ਉਸ ਵੇਲੇ ਪਤਾ ਨਹੀਂ, ਕਿਸੇ ਕਾਰਨ ਕਰਕੇ ਉਹ ਉਸ ਵੇਲੇ ਕਰਤਾਰਪੁਰ ਸਾਹਿਬ ਵਿਖੇ ਮੌਜੂਦ ਨਹੀਂ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਿਹੜੇ ਜਨਮ ਵੇਲੇ, ਅਵਤਾਰ ਵੇਲੇ ਕੌਤਕ ਨੇ, ਜਦੋਂ ਤੋਂ ਮਹਾਰਾਜ ਜੀ ਸੰਗਤ ਦੇ ਵਿੱਚ ਆਏ ਉਹਦੇ ਤੋਂ ਪਹਿਲਾਂ ਦੇ ਜਿਹੜੇ ਕੌਤਕ ਨੇ ਉਹਨਾਂ ਤੋਂ ਅਣਜਾਣ ਨੇ ਤੇ ਉਹਨਾਂ ਕੌਤਕਾਂ ਨੂੰ, ਉਹਨਾਂ ਪ੍ਰਸੰਗਾਂ ਨੂੰ ਸਰਵਣ ਕਰਨਾ ਚਾਹੁੰਦੇ। ਤੋ ਇੱਥੋਂ ਸਾਧ ਸੰਗਤ ਦੀ ਇਹ ਕਥਾ ਪ੍ਰਾਰੰਭ ਹੁੰਦੀ ਹੈ। ਬਾਕੀ ਜਿਵੇਂ ਜਿਵੇਂ ਆਪਾਂ ਜੁੜੀ ਜਾਵਾਂਗੇ ਉਵੇਂ ਉਵੇਂ ਸਾਨੂੰ ਨਾਲ ਪਤਾ ਲੱਗੀ ਜਾਏਗਾ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਆਪ ਸੰਗਤ ਨੇ ਅਸੀਸ ਦੇਣੀ ਕਿ ਬਿਲਕੁਲ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਤਿਗੁਰੂ ਦੀ ਕਥਾ ਵਿਚਾਰ ਕਰਨ ਦਾ ਬਲ ਬਖਸ਼ਿਸ਼ ਕਰਨ, ਸਤਿਗੁਰੂ ਦੀ ਬੁੱਧੀ ਨੂੰ ਗਿਆਤ ਬਖਸ਼ਿਸ਼ ਕਰਨ, ਜਿਹਦੇ ਨਾਲ ਭਾਵਨਾ ਦੇ ਨਾਲ ਸ਼ੁੱਧ ਜਿਹੜੀ ਕਥਾ ਹੈ ਉਹ ਸਤਿਗੁਰੂ ਜੀ ਕਰਵਾ ਲੈਣ। ਆਪ ਸੰਗਤ ਤੇ ਸਤਿਗੁਰਾਂ ਦੀ ਬਖਸ਼ਿਸ਼ ਹੋਵੇ ਕਿ ਆਪ ਬੜੇ ਪ੍ਰੇਮ ਭਾਵਨਾ ਦੇ ਨਾਲ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੁਰੂ ਕੀ ਅੰਮ੍ਰਿਤਮਈ ਇਤਿਹਾਸ ਦੀ ਕਥਾ ਦਾ ਰਸ ਲੈਣਾ ਕਰਨਾ। ਤੇ ਜਿਵੇਂ ਗੁਰਬਾਣੀ ਦਾ ਬਚਨ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਜਿੱਥੇ ਗੁਰੂ ਕੀ ਸੰਗਤ ਹੈ ਉੱਥੇ ਗੁਰੂ ਹੈ। ਗੁਰੂ ਆਪਣੀ ਸੰਗਤ ਤੋਂ ਪਾਸੇ ਨਹੀਂ। ਪਰ ਕਈ ਵਾਰੀ ਐਸਾ ਹੁੰਦਾ ਸਾਡੇ ਕੋਲ ਗਿਆਨ ਵਾਲੀ ਜਾਂ ਗੁਰੂ ਦੇ ਦਰਸ਼ਨ ਕਰਨ ਵਾਲੀ ਉਹ ਵਿਚਾਰ ਰੂਪੀ ਅੱਖ ਨਹੀਂ ਹੁੰਦੀ, ਤਾਂ ਕਰਕੇ ਗੁਰੂ ਦੂਰ ਭਾਸਦਾ, ਪਰ ਗੁਰੂ ਹਾਜ਼ਰ ਨਾਜ਼ਰ ਹੈ, ਗੁਰੂ ਕਿਤੇ ਨਹੀਂ ਗਿਆ। ਤੇ ਜਿਵੇਂ ਜਿਵੇਂ ਆਪਾਂ ਆਪਣੇ ਅੰਦਰ ਭਾਵਨਾ ਬਣਾਵਾਂਗੇ ਉਵੇਂ ਉਵੇਂ ਗੁਰੂ ਦੀ ਨੇੜਤਾ ਨੂੰ ਮਹਿਸੂਸ ਕਰਾਂਗੇ। ਤਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਰਹਿਮਤ ਵਰਸਾਉਣ। ਕਥਾ ਦੀ ਪ੍ਰਾਰੰਭਤਾ ਕਰੀਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਅਕਾਲ ਪੁਰਖ ਅੰਤਰਜਾਮੀ ਜੀ, ਜਿਨ੍ਹਾਂ ਦੇ ਜੀਵਨ ਕੌਤਕਾਂ ਦੀ ਇਹ ਕਥਾ ਹੈ। ਐਸੇ ਸਤਿਗੁਰਾਂ ਨੂੰ ਆਪਾਂ ਸਾਰੇ ਆਪਣੇ ਬਿਲਕੁਲ ਸਨਮੁਖ ਹਾਜ਼ਰ ਨਾਜ਼ਰ ਜਾਣੀਏ। ਮਨ ਬਿਰਤੀ ਕਰਕੇ ਸਤਿਗੁਰਾਂ ਦੇ ਪਾਵਨ ਚਰਨਾਂ ਤੇ ਨਮਸਕਾਰ ਕਰਦਿਆਂ ਹੋਇਆ ਰਸਨਾ ਨੂੰ ਪਵਿੱਤਰ ਕਰੀਏ, ਕਥਾ 'ਚ ਹਾਜ਼ਰੀ ਲਵਾਈਏ। ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਵਿੱਚ ਕਰਤਾਰਪੁਰੇ ਜਗ ਰਾਈ। ਕਵੀ ਜੀ ਪ੍ਰਾਰੰਭਤਾ ਕਰਦੇ ਨੇ ਕਿ ਕਰਤਾਰਪੁਰ ਜਿਹੜਾ ਨਗਰ ਹੈ ਉਹਦੇ ਅੰਦਰ, ਹੁਣ ਕਰਤਾਰਪੁਰ ਇੱਕ ਜਲੰਧਰ ਲਾਗੇ ਹੈ, ਪਰ ਇਹ ਉਹ ਕਰਤਾਰਪੁਰ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਹੈ। ਜਿਸ ਕਰਤਾਰਪੁਰ ਦੇ ਵਿੱਚ ਮਹਾਰਾਜੀਆਂ ਨੇ ਆਪਣੀ ਜ਼ਿੰਦਗੀ ਦੇ ਪਿਛਲੇ ਜਿਹੜੇ ਸਾਲ ਨੇ ਉਹਨਾਂ ਨੂੰ ਬਤੀਤ ਕਰਨਾ ਕੀਤਾ ਹੈ। ਉੱਥੇ ਹੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਆ ਕੇ ਬਖਸ਼ਿਸ਼ਾਂ ਪ੍ਰਾਪਤ ਕਰਦੇ ਨੇ। ਉੱਥੇ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ। ਤੋ ਇਸ ਪ੍ਰਕਾਰ ਐਸਾ ਸਤਿਗੁਰੂ ਮਹਾਰਾਜ ਜੀ, ਬਾਬਾ ਬੁੱਢਾ ਸਾਹਿਬ ਜੀ ਜਿਹੜੇ ਨੇ ਉਹ ਕਿਰਪਾ ਕਰਦੇ ਨੇ। ਤੇ ਜਿਹੜੀ ਕਥਾ ਜਦੋਂ ਭਾਈ ਬਾਲਾ ਜੀ ਸੁਣਾਉਂਦੇ ਨੇ ਉਹਨਾਂ ਸਰੋਤਿਆਂ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਵੀ ਨੇ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਕੌਤਕ ਉਸ ਵੇਲੇ ਵਰਤਾਏ ਨੇ, ਉਸ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਤੇ ਹੋਰ ਗੁਰੂ ਕੇ ਪਿਆਰੇ ਸਿੱਖਾਂ ਨੇ ਉਹਨਾਂ ਨੂੰ ਮਾਨਣਾ ਕੀਤਾ। ਤੇ ਉਸ ਕਰਤਾਰਪੁਰੇ ਦੀ ਗੱਲ ਕਰਦੇ ਨੇ ਕਿ ਉਸ ਕਰਤਾਰਪੁਰੇ ਨਗਰ ਦੇ ਵਿੱਚ ਜਗਤ ਦੇ ਰਾਜਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਅੰਗਦ ਕੋ ਦੀਨ ਵਡਾਈ। ਸ੍ਰੀ ਜਿਹੜੇ ਸ਼੍ਰੋਮਣੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ, ਉਹਨਾਂ ਨੂੰ ਗੁਰਤਾ ਗੱਦੀ ਦੀ ਵਡਿਆਈ ਬਖਸ਼ਿਸ਼ ਕੀਤੀ ਹੈ। ਆਪਨ ਕੀਨ ਸੱਚਖੰਡ ਭਿਆਨ। ਆਪ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚਖੰਡ ਦੇ ਵਿੱਚ ਚਲੇ ਗਏ ਸਰੀਰ ਕਰਕੇ। ਜੋਤ ਰੂਪ ਬਿਬ ਤਨ ਪਲਟਨ। ਪਰ ਕਹਿੰਦੇ ਜੋ ਉਹ ਅਕਾਲ ਪੁਰਖ ਵਾਹਿਗੁਰੂ ਦੀ ਜੋਤ, ਉਹ ਜੋ ਪਾਰ ਬ੍ਰਹਮ ਪਰਮੇਸ਼ਰ ਦੀ ਜੋਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਰੀਰ ਦੇ ਵਿੱਚ ਵਰਤੀ।
ਉਸ ਗੁਰ ਜੋਤ ਪਰਮੇਸ਼ਵਰ ਜੋਤ ਨੇ ਦੂਜਾ ਜਿਹੜਾ ਤਨ ਹੈ ਉਹਨੂੰ ਬਦਲਣਾ ਕੀਤਾ, ਭਾਵ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਰੀਰ ਨੂੰ ਤਿਆਗ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਰੀਰ ਵਿੱਚ ਪ੍ਰਵੇਸ਼ ਹੋਈ ਹੈ। ਜਿਉ ਅਦਪਤ ਇੱਕ ਪੋਸ਼ਸ਼ ਤਜ ਕੈ। ਹੁਣ ਕਈ ਵਾਰੀ ਮਨ ਦੇ ਵਿੱਚ ਖਿਆਲ ਬਣ ਜਾਂਦਾ ਵੀ ਇਹ ਕਿਸ ਤਰ੍ਹਾਂ ਦੇ ਨਾਲ ਹੋਇਆ। ਉਹ ਸਾਧ ਸੰਗਤ ਜੀ ਗੁਰਬਾਣੀ ਦੇ ਨਾਂ ਵਿੱਚ ਵੀ ਇਹ ਬਚਨ ਆਉਂਦਾ ਹੈ, ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਉਹੋ ਹੀ ਜੋਤ ਹੈ, ਜੁਗਤੀ ਵੀ ਉਹੋ ਹੀ ਹੈ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋਤ ਨੇ ਸਰੀਰ ਬਦਲੇ ਨੇ। 10 ਸਰੀਰਾਂ ਦੇ ਵਿੱਚੋਂ ਹੁੰਦਿਆਂ ਫਿਰ ਸ਼ਬਦ ਵਿੱਚ ਆਪਣਾ ਵਾਸਾ ਕਰ ਲਿਆ, ਸ਼ਬਦ ਸਰੂਪ ਹੋ ਗਏ। ਤੇ ਸਵਾਲ ਬਣਦਾ ਵੀ ਕਿਵੇਂ ਸਤਿਗੁਰੂ ਮਹਾਰਾਜ ਦੀਆਂ ਨੇ ਉਸ ਜੋਤ ਨੇ ਇਸ ਸਰੀਰ ਨੂੰ ਬਦਲਿਆ। ਤੇ ਸਤਿਗੁਰੂ ਮਹਾਰਾਜ ਜੀ ਜਿਵੇਂ ਸਰੀਰ ਬਦਲਿਆ, ਕਵੀ ਜੀ ਲਿਖਦੇ ਨੇ, ਪ੍ਰਮਾਣ ਦਿੰਦੇ ਨੇ, ਜਿਸ ਤਰ੍ਹਾਂ ਦੇ ਨਾਲ ਅਦਭੁਤ ਇੱਕ ਰਾਜਾ ਆਪਣੀ ਇੱਕ ਪੋਸ਼ਾਕ, ਆਪਣੇ ਇੱਕ ਚੋਲੇ, ਆਪਣੇ ਇੱਕ ਬਾਣੇ ਪਹਿਰਾਵੇ ਨੂੰ ਤਿਆਗ ਕਰਕੇ ਬੈਸਹਿ ਸਭਾ ਦੁੱਤਿਆ ਤਨ ਸਜ ਕੈ। ਤੇ ਉਹ ਦੂਜੀ ਜਿਹੜੀ ਪੋਸ਼ਾਕ ਪਾ ਕੇ ਸਭਾ ਦੇ ਵਿੱਚ ਬਹਿ ਜਾਂਦਾ ਹੈ। ਪਹਿਲਾਂ ਦੇ ਸਾਧ ਸੰਗਤ ਜੀ ਰਾਜੇ ਮਹਾਰਾਜਿਆਂ ਦਾ ਹੀ ਸੀ। ਉਹਨਾਂ ਨੇ ਕਈ ਵਸਤਰ ਬਣਾਉਣੇ, ਉਹਨਾਂ ਦੇ ਸੌਣ ਵਾਲੇ ਵਸਤਰ ਅਲੱਗ ਹੋਣੇ, ਦਰਬਾਰ ਵਾਲੇ ਵਸਤਰ ਅਲੱਗ ਹੋਣੇ, ਜੰਗੀ ਵਸਤਰ ਜਿਹੜੇ ਨੇ ਉਹ ਅਲੱਗ ਹੋਣੇ। ਅੱਜ ਕੱਲ ਤੇ ਬੜਾ ਸਮਾਂ ਬਦਲ ਗਿਆ, ਤਕਰੀਬਨ ਹਰੇਕ ਪੁਰਸ਼ ਦੇ ਕੋਲ ਹੀ ਇਸ ਤਰ੍ਹਾਂ ਇਹ ਸਹੂਲਤਾਂ ਨੇ। ਉਹ ਆਪਣੇ ਵਸਤਰ ਉਹਨੇ ਜਿਹੜੇ ਨੇ ਰਿਸ਼ਤੇਦਾਰੀਆਂ ਵਾਸਤੇ ਵੱਖਰੇ ਰੱਖੇ ਨੇ, ਘਰ ਵਾਸਤੇ ਵੱਖਰੇ ਨੇ। ਰਾਤ ਨੂੰ ਸੌਣ ਵੇਲੇ ਹੋਰ ਜਿਹੜੇ ਨੇ ਚੰਗੇ ਆਰਾਮਦਾਇਕ ਵਸਤਰ ਪਾ ਲੈਂਦਾ। ਹਰੇਕ ਤੇ ਹੀ ਇਹ ਕਿਰਪਾ ਹੈ। ਤੇ ਉਹ ਪ੍ਰਮਾਣ ਦੇ ਰਹੇ ਨੇ ਕਵੀ ਜੀ ਵੀ ਜਿਵੇਂ ਇੱਕ ਰਾਜਾ ਆਪਣੇ ਵਿਸ਼ਰਾਮ ਵਾਲੀ ਜਿਹੜੀ ਪੋਸ਼ਾਕ ਹੈ ਉਹਨੂੰ ਲਾਹ ਕੇ ਤੇ ਦਰਬਾਰੀ ਪੋਸ਼ਾਕ ਨੂੰ ਪਾ ਕੇ ਸਭਾ ਦੇ ਵਿੱਚ ਬਹਿ ਜਾਂਦਾ ਹੈ। ਤਿਉ ਖਡੂਰ ਮਹਿ ਆਣ ਬਿਰਾਜੀ। ਕਹਿੰਦੇ ਉਸੇ ਤਰ੍ਹਾਂ ਦੇ ਨਾਲ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਜੋਤ ਨੂੰ ਆਪਣੇ ਅੰਦਰ ਧਾਰਨ ਕਰਕੇ ਜਾਂ ਜੋਤ ਨੇ ਉਹ ਸਰੀਰ ਬਦਲਿਆ। ਨਾਨਕ ਜੀ ਜਿਹੜੇ ਨੇ ਅੰਗਦ ਰੂਪ ਹੋ ਕੇ ਖਡੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਆ ਕੇ ਵਿਰਾਜਮਾਨ ਹੋਏ। ਜਿਨ ਸਿਮਰਨ ਕਲ ਕਲ ਮਲ ਭਾਜੇ। ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਐਸੇ ਸਤਿਗੁਰੂ ਨੇ ਜਿਨ੍ਹਾਂ ਦਾ ਸਿਮਰਨ ਕਰਨ ਦੇ ਨਾਲ ਕਲਯੁਗ ਦੇ ਪਾਪ ਭੱਜ ਜਾਂਦੇ ਨੇ। ਸਤਿਗੁਰਾਂ ਦੇ ਜੀਵਨ ਦੇ ਵਿੱਚੋਂ ਐਸਾ ਵੀ ਮਿਲਦਾ ਹੈ ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਜਦੋਂ ਸਿਮਰਨ ਬੰਦਗੀ ਨਿਤਨੇਮ ਕਰਕੇ ਬਾਹਰ ਆਉਂਦੇ ਸੀ, ਜਿਹੜਾ ਵੀ ਮਹਾਰਾਜ ਜੀ ਦੇ ਪਹਿਲੇ ਦਰਸ਼ਨ ਕਰ ਲੈਂਦਾ ਸੀ ਉਹਨੂੰ ਇਸ ਜਨਮਾਂ ਦਾ ਕੀ ਜਨਮਾਂ ਜਨਮਾਂਤਰਾਂ ਦਾ ਦੁੱਖ ਮੇਟ ਦਿੰਦੇ ਸੀ। ਦਰਸ਼ਨਾਂ ਵਿੱਚ ਹੀ ਇੰਨੀ ਤਾਕਤ। ਤੋ ਐਸੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਬਾਰੇ ਕਵੀ ਜੀ ਕਹਿ ਰਹੇ ਨੇ ਵੀ ਉਹ ਸਤਿਗੁਰੂ ਜੀ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਵਿਰਾਜਮਾਨ ਹੋਏ ਨੇ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ, ਸਿਮਰਨ ਕਰਨ ਦੇ ਨਾਲ ਕਲਯੁਗ ਦੇ ਪਾਪ ਜਿਹੜੇ ਨੇ ਸਾਰੇ ਭੱਜ ਜਾਂਦੇ ਹਨ। ਦੋਹਰਾ ਤਖਤ ਬੈਠ ਅੰਗਦ ਗੁਰੂ। ਕਹਿੰਦੇ ਤਖਤਾਂ ਦੇ ਉੱਤੇ ਬਹਿ ਕੇ, ਗੁਰਤਾ ਗੱਦੀ ਦੇ ਤਖਤ ਤੇ ਬਹਿ ਕੇ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕੀਨ ਖਡੂਰ ਨਿਵਾਸ। ਖਡੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਵਿਸ਼ੇਸ਼ ਕਰਕੇ ਵਾਸਾ ਕੀਤਾ ਹੈ। ਨਰਨ ਉਧਾਰਨ ਕਾਰਨੇ। ਤੇ ਇਹ ਮਹਾਰਾਜ ਜੀ ਖਡੂਰ ਸਾਹਿਬ ਦੇ ਵਿੱਚ ਕਿਉਂ ਆਏ ਔਰ ਗੁਰੂ ਨਾਨਕ ਜੀ ਦੀ ਜੋਤ ਨੇ ਦੂਜਾ ਸਰੀਰ ਕਿਉਂ ਬਦਲਿਆ? ਉਹ ਕਿਉਂਕਿ ਪਹਿਲੇ ਸਰੂਪ ਦੇ ਅੰਦਰ ਵੀ ਜੀਵਾਂ ਦਾ ਉਧਾਰ ਕੀਤਾ, ਪਾਰ ਉਤਾਰਾ ਕੀਤਾ, ਤੇ ਦੂਜਾ ਸਰੂਪ ਵੀ ਇਸੇ ਤਰ੍ਹਾਂ ਦੇ ਨਾਲ ਨਰਨ ਤੋਂ ਭਾਵ ਹੁੰਦਾ ਬਹੁਤੇ ਮਨੁੱਖਾਂ ਦਾ ਉਧਾਰ ਕਰਨ ਵਾਸਤੇ, ਉਹਨਾਂ ਦਾ ਪਾਰ ਉਤਾਰਾ ਕਰਨ ਵਾਸਤੇ। ਕਰਤ ਸੋ ਭਗਤ ਪ੍ਰਕਾਸ਼। ਸਤਿਗੁਰੂ ਮਹਾਰਾਜ ਜੀ ਜਿਨ੍ਹਾਂ ਦਾ ਉਧਾਰ ਕਰਨਾ ਹੁੰਦਾ ਉਹਨਾਂ ਦੇ ਅੰਦਰ ਪ੍ਰੇਮਾ ਭਗਤੀ ਦਾ ਪ੍ਰਕਾਸ਼ ਕਰ ਦਿੰਦੇ ਹਨ। ਸਵਈਆ ਇੱਕ ਬਾਸਰ ਆਸਨ ਡਾਸ ਅਸੀਨ। ਕਵੀ ਜੀ ਅੱਗੇ ਲਿਖਦੇ ਨੇ ਕਿ ਮਹਾਰਾਜ ਜੀ ਖਡੂਰ ਸਾਹਿਬ ਦੇ ਵਿੱਚ ਵਾਸਾ ਕਰ ਰਹੇ ਨੇ
ਇੱਕ ਦਿਨ ਦੀ ਗੱਲ ਕਵੀ ਜੀ ਲਿਖਦੇ ਨੇ ਵੀ ਇੱਕ ਬਾਸੁਰ ਇੱਕ ਦਿਨ ਆਪਣਾ ਜਿਹੜਾ ਆਸਣ ਢਾ ਕੇ ਉਸ ਆਸਣ ਦੇ ਉੱਪਰ ਸੋ ਧਿਆਨ ਵਿਖੇ ਗੁਰ ਅੰਗਦ ਹੋਏ। ਉਸ ਆਸਣ ਤੇ ਮਹਾਰਾਜ ਜੀ ਬਿਰਾਜਮਾਨ ਹੋ ਗਏ ਤੇ ਆਸਣ ਦੇ ਵਿੱਚ ਬੈਠਿਆ ਹੋਇਆ ਚੌਂਕੜਾ ਲੱਗਿਆ ਹੋਇਆ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਧਿਆਨ ਦੇ ਵਿੱਚ ਹੋ ਗਏ ਨੇ, ਭਾਵ ਉਹਨਾਂ ਨੇ ਧਿਆਨ ਸਮਾਧੀ ਲਾ ਲਈ ਹੈ। ਗੁਰ ਨਾਨਕ ਕੇ ਪਦ ਪੰਕਜ ਲੀਨ। ਹੁਣ ਮਹਾਰਾਜ ਜੀ ਦੇ ਧਿਆਨ ਦੇ ਵਿੱਚ ਕੌਣ ਹੈ? ਜਾਂ ਸਤਿਗੁਰ ਮਹਾਰਾਜ ਜੀ ਧਿਆਨ ਕਰਕੇ ਕਿੱਥੇ ਗਏ ਨੇ? ਕਵੀ ਜੀ ਲਿਖਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਚਰਨ ਕਮਲ ਨੇ ਉਹਨਾਂ ਚਰਨਾਂ ਕਮਲਾਂ ਦੇ ਵਿੱਚ ਲੀਨ ਹੋ ਗਏ ਸਤਿਗੁਰੂ ਜੀ। ਨਿਰੰਤਰ ਹੀ ਮੁਦ ਲੋਚਨ ਕੋਏ। ਫਿਰ ਇੱਕ ਰਸ ਮਹਾਰਾਜ ਜੀ ਲੀਨ ਹੋ ਗਏ। ਨੇਤਰ ਸਤਿਗੁਰਾਂ ਦੇ ਬੰਦ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਖਾਂ ਦੀਆਂ ਪਲਕਾਂ ਉਹ ਮਿਚ ਗਈਆਂ ਨੇ, ਉਹ ਬੰਦ ਹੋ ਗਈਆਂ। ਪੁਨ ਜੋ ਉਪਜੀ ਔਰ बीच ਵਿਚਾਰ। ਜਦੋਂ ਧਿਆਨ ਦੇ ਵਿੱਚ ਨੇ ਤੇ ਧਿਆਨ ਦੇ ਵਿੱਚ ਲੀਨ ਹੋਇਆ ਹੀ ਸਤਿਗੁਰ ਮਹਾਰਾਜ ਜੀਆਂ ਦੇ ਹਿਰਦੇ ਦੇ ਵਿੱਚ ਇਹ ਇੱਕ ਜਿਹੜੀ ਵਿਚਾਰ ਉਹ ਪੈਦਾ ਹੋਈ ਹੈ। ਸੋ ਕਿੰਕਰ ਕੇ ਭ੍ਰਮ ਜਾਸ ਬਗੋਏ। ਸੋ ਇਸ ਪ੍ਰਕਾਰ ਕੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਨੇ ਉਹਨਾਂ ਨੇ ਆਪਣੇ ਦਾਸਾਂ ਦੇ ਭਰਮਾਂ ਨੂੰ ਨਾਸ਼ ਕੀਤਾ ਹੈ ਔਰ ਐਸੇ ਸਤਿਗੁਰਾਂ ਦੇ ਧਿਆਨ ਦੇ ਵਿੱਚ ਲੀਨ ਹੋਏ ਨੇ ਜਿਨ੍ਹਾਂ ਸਤਿਗੁਰਾਂ ਨੇ ਆਪਣੇ ਦਾਸਾਂ ਦੇ ਹਿਰਦਿਆਂ ਦੇ ਭਰਮਾਂ ਨੂੰ ਨਾਸ਼ ਕੀਤਾ ਹੈ। ਪਰਮੇਸ਼ਰ ਸ਼੍ਰੀ ਗੁਰੂ ਨਾਨਕ ਸੋ। ਤੇ ਮਨ ਦੇ ਵਿੱਚ ਇਹ ਵਿਚਾਰ ਪੈਦਾ ਹੋਈ ਹੈ ਕਿ ਜਿਹੜੇ ਸ਼੍ਰੋਮਣੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਉਹ ਆਪ ਪਰਮੇਸ਼ਵਰ ਅਕਾਲ ਪੁਰਖ ਹਨ। ਜਿਨ ਭੇਦ ਨ ਮਦ ਤਰੰਗਹਿ ਤੋਏ। ਕਹਿੰਦੇ ਜਿਨ੍ਹਾਂ ਦੇ ਵਿੱਚ ਉਸ ਪਰਮਾਤਮਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਵਿੱਚ ਕੋਈ ਫਰਕ ਨਹੀਂ। ਕਹਿੰਦੇ ਜਿਵੇਂ ਇੱਕ ਦਰਿਆ ਤੇ ਉਹਦੀਆਂ ਲਹਿਰਾਂ ਦੇ ਵਿੱਚ ਕੋਈ ਫਰਕ ਨਹੀਂ ਨਾ ਹੁੰਦਾ। ਲਹਿਰਾਂ ਦਰਿਆ ਰੂਪ ਹੀ ਹੁੰਦੀਆਂ, ਸਮੁੰਦਰ ਰੂਪ ਹੀ ਹੁੰਦੀਆਂ ਨੇ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਉਸ ਪਰਮਾਤਮਾ ਅਕਾਲ ਪੁਰਖ ਦੇ ਵਿੱਚ ਕੋਈ ਫਰਕ ਨਹੀਂ ਹੈ। ਸਵਈਆ ਚਿਤ ਪ੍ਰੀਤ ਕੀ ਰੀਤ ਚਿਤੈ ਨਿਤ ਹੀ। ਤੋ ਸਤਿਗੁਰੂ ਮਹਾਰਾਜ ਜੀ ਦੇ ਚਿੱਤ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੀ ਪ੍ਰੀਤੀ ਹੈ ਔਰ ਉਸੇ ਰੀਤੀ ਮਰਿਆਦਾ ਦੇ ਨਾਲ ਮਹਾਰਾਜ ਜੀ ਨਿਤਾ ਪ੍ਰਤੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਚਿੰਤਨ ਕਰਦੇ ਹਨ। ਭਾਵ ਮੈਂ ਭਾਵ ਸ੍ਰੀ ਗੁਰ ਕੋ ਬਦਲੀਨ। ਤੇ ਮਨ ਦੇ ਵਿੱਚ ਇਹ ਵੀ ਵਿਚਾਰ ਪੈਦਾ ਹੋਈ ਹੈ ਕਿ ਸੰਸਾਰ ਦੇ ਅੰਦਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜਾ ਅਵਤਾਰ ਹੈ ਉਹ ਕਿਸ ਤਰੀਕੇ ਦੇ ਨਾਲ ਲਿਆ, ਵੀ ਕਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ। ਪੁਨ ਬਾਲ ਜਵਾ ਕੇ ਬਿਲਾਸ ਜਿਉ। ਫਿਰ ਮਨ ਦੇ ਵਿੱਚ ਇਹ ਵੀ ਵਿਚਾਰ ਪੈਦਾ ਹੋਈ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੋ ਬਚਪਨ ਦੇ ਸਮੇਂ ਦੇ ਜਿਹੜੇ ਬਿਲਾਸ ਨੇ, ਕੌਤਕ ਨੇ, ਤੇ ਜਵਾਨੀ ਦੇ ਅੰਦਰ ਜੋ ਪਾਤਸ਼ਾਹ ਮਹਾਰਾਜ ਜੀਆਂ ਨੇ ਕੌਤਕ ਕੀਤੇ। ਇਤਿਹਾਸ ਕਹੈ ਸਿੱਖ ਕੌਣ ਪਰਬਿਨ। ਕਹਿੰਦੇ ਉਸ ਸਾਰੇ ਇਤਿਹਾਸ ਨੂੰ ਸਾਡੇ ਕੋਲ ਆ ਕੇ ਕਹਿਣਾ ਕਰੇ ਇਹੋ ਜਿਹਾ ਸਮਝਦਾਰ ਗਿਆਨਵਾਨ ਸਿੱਖ ਕੌਣ ਹੋਵੇ। ਸਭ ਦੇਸ਼ ਵਿਦੇਸ਼ਨ ਕੋ ਰਟਨੋ ਕਟਣ। ਤੋ ਸਤਿਗੁਰੂ ਮਹਾਰਾਜ ਜੀ ਕਿਰਪਾ, ਕਵੀ ਜੀ ਕਿਰਪਾ ਕਰ ਰਹੇ ਨੇ, ਸਭ ਦੇਸ਼ ਵਿਦੇਸ਼ਨ ਕੋ ਰਟਨੋ। ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਆਪਣਾ ਪੰਜਾਬ ਦੇਸ਼ ਜਿਹਨੂੰ ਪਹਿਲਾਂ ਸ਼ਬਦ ਸਿੰਧੂ ਵੀ ਕਿਹਾ ਜਾਂਦਾ, ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਬਾਰ ਦੇਸ਼ ਵੀ ਕਿਹਾ ਜਾਂਦਾ। ਕਹਿੰਦੇ ਉਸ ਪ੍ਰਕਾਰ ਇਸ ਦੇਸ਼ ਤੇ ਹੋਰ ਜਿਹੜੇ ਬਹੁਤੇ ਦੇਸ਼ ਦਸੰਤਰ ਨੇ, ਵਿਦੇਸ਼ ਜਿਵੇਂ ਸ਼੍ਰੀ ਲੰਕਾ ਹੈ ਔਰ ਇਸੇ ਤਰ੍ਹਾਂ ਦੇ ਨਾਲ ਬਗਦਾਦ, ਈਰਾਨ ਔਰ ਪਾਕਿਸਤਾਨ ਦਾ ਜਿਹੜਾ ਇਲਾਕਾ ਦੂਰ ਦੂਰ ਤੱਕ ਮਹਾਰਾਜ ਜੀ ਗਏ। ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਵੀ ਸਰਵ ਐਸਾ ਸੋਚ ਰਹੇ ਨੇ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਹੁਤੇ ਦੇਸ਼ਾਂ ਵਿਦੇਸ਼ਾਂ ਦਾ ਭ੍ਰਮਣ ਕੀਤਾ ਹੈ। ਕਟਨੋ ਕੁਟਲੰ ਬੜ ਦੰਭ ਜੋ ਕੀਨ। ਔਰ ਇਸੇ ਤਰ੍ਹਾਂ ਦੇ ਨਾਲ ਸਤਿਗੁਰਾਂ ਨੇ ਕਟਣਾ ਕੀਤਾ।
ਜਿਹੜੇ ਕੋਈ ਲੋਕ ਛਲ ਫਰੇਬ ਕਰਦੇ ਸਨ, ਜਿਹੜੇ ਦੰਭ ਕਰਦੇ ਸਨ, ਭਾਵ ਕੀ ਪਖੰਡ ਕਰਨ ਵਾਲੇ, ਉਹਨਾਂ ਪਖੰਡੀਆਂ ਦਾ, ਛਲ ਕਰਨ ਵਾਲਿਆਂ ਦੇ ਛਲਾਵਿਆਂ ਦਾ ਸਤਿਗੁਰੂ ਮਹਾਰਾਜ ਜੀਆਂ ਨੇ ਨਾਸ਼ ਕੀਤਾ। ਚਿਤ ਚਿੰਤਤ ਦੇਤ ਅਚਿੰਤਤਾ ਜੋ। ਕਹਿੰਦੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਨੇ ਜਿਹੜਾ ਉਹਨਾਂ ਨੂੰ ਚਿੱਤ ਦੇ ਵਿੱਚ ਚਿੰਤ ਦਾ ਭਾਵ ਚਿੰਤਨ ਕਰਦਾ ਹੈ ਤੇ ਗੁਰੂ ਮਹਾਰਾਜ ਜੀ ਉਹਦੀਆਂ ਸਾਰੀਆਂ ਚਿੰਤਾਵਾਂ ਨੂੰ ਕੱਟ ਕੇ ਉਹਨੂੰ ਅਚਿੰਤਤਤਾ ਬੇਫਿਕਰੀ ਬਖਸ਼ ਦਿੰਦੇ ਨੇ। ਤੇ ਦੂਜਾ ਭਾਵ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਐਸੇ ਸਤਿਗੁਰੂ ਨੇ ਜਿਹੜਾ ਉਹਨਾਂ ਦਾ ਚਿੰਤਨ ਕਰਦਾ ਹੈ, ਉਹਨਾਂ ਦੀਆਂ तमाम ਚਿੰਤਾਵਾਂ ਨੂੰ ਕੱਟ ਕੇ ਬੇਫਿਕਰੀ ਅਚਿੰਤਾ ਬਖਸ਼ਣ ਵਾਲੇ ਸਤਿਗੁਰੂ ਜੀ। ਬੈਸ ਇਕੰਤ ਗੁਰੂ ਰਸ ਭਿੰਨ। ਉਹ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਇਕੱਲੇ ਇੱਕ ਥਾਂ ਤੇ ਬਹਿ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰੇਮ ਰਸ ਦੇ ਵਿੱਚ ਭਿੱਜ ਗਏ ਹਨ। ਦੋਹਰਾ ਸ੍ਰੀ ਗੁਰ ਬਾਰਸਰ ਬਾਗਰ। ਕਹਿੰਦੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਰਬੱਗ ਹਨ, ਅੰਤਰਜਾਮੀ, ਸਾਰਿਆਂ ਦੇ ਅੰਦਰ ਦੀ ਜਾਣਨ ਵਾਲੇ ਹਨ। ਔਰ ਡਰ ਹਰ ਔਰ ਜਰ ਤੀਨ। ਹਿਰਦਿਆਂ ਦੇ ਡਰਾਂ ਨੂੰ ਵੀ ਨਾਸ਼ ਕਰਨ ਵਾਲੇ ਨੇ ਤੇ 3 ਪ੍ਰਕਾਰ ਦੇ ਜਿਹੜੇ ਤਾਪ ਆਦਿ ਵਿਆਧੀ ਉਪਾਧੀ ਰੂਪ ਨੇ ਉਹਨਾਂ ਦਾ ਵੀ ਨਾਸ਼ ਕਰਨ ਵਾਲੇ ਹਨ। ਪੜ੍ਹੈ ਸੁਨਹਿ ਸਿੱਖ ਹੋਏ ਗਤ। ਤੇ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਪੜ੍ਹੇਗਾ, ਜਿਹੜਾ ਸੁਣੇਗਾ ਜਾਂ ਜਿਹੜੇ ਸਿੱਖ ਪੜ੍ਹਨਗੇ ਸੁਣਨਗੇ, ਗੁਰੂ ਸਾਹਿਬ ਜੀ ਦੇ ਇਤਿਹਾਸ ਨੂੰ ਪੜ੍ਹਨਗੇ ਸੁਣਨਗੇ, ਉਹਨਾਂ ਸਿੱਖਾਂ ਦੀ ਕਲਿਆਣ ਹੋਏਗੀ, ਉਹਨਾਂ ਦੀ ਮੁਕਤੀ ਹੋਏਗੀ। ਹਿਰਦੇ ਮਨੋਰਥ ਕੀਨ। ਤੇ ਇਸ ਪ੍ਰਕਾਰ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਬਾਰੇ ਵੀ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿ ਰਹੇ ਨੇ ਵੀ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਸੰਪੂਰਨ ਇਤਿਹਾਸ ਹੈ, ਇਹੋ ਜਿਹਾ ਕਿਹੜਾ ਸਿੱਖ ਹੈ ਜਿਹੜਾ ਆ ਕੇ ਕਹਿ ਦੇਵੇ। ਤੇ ਜੇ ਉਹ ਸੰਪੂਰਨ ਇਤਿਹਾਸ ਮਿਲ ਜਾਏ ਤੇ ਉਸ ਇਤਿਹਾਸ ਨੂੰ ਜਿਹੜੇ ਸਿੱਖ ਪੜ੍ਹਨਗੇ ਸੁਣਨਗੇ ਉਹਨਾਂ ਦੀ ਕਲਿਆਣ ਹੋਏਗੀ। ਮਨ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਸੰਕਲਪ ਕੀਤਾ ਹੈ। ਚੌਪਈ ਉਤ ਬਾਲੇ ਸੰਧੂ ਸੋ ਵਿਚਾਰਾ। ਹੁਣ ਸਾਧ ਸੰਗਤ ਜੀ ਇਹ ਤੇ ਗੱਲ ਹੈ ਖਡੂਰ ਸਾਹਿਬ ਦੀ, ਤੇ ਹੁਣ ਕਵੀ ਜੀ ਧਿਆਨ ਜਿਹੜਾ ਹੈ ਸਾਡੀ ਸੁਰਤੀ ਬਿਰਤੀ ਨੂੰ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਲੈ ਕੇ ਜਾਂਦੇ ਨੇ, ਕਿਉਂਕਿ ਭਾਈ ਬਾਲਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਗਰ ਦੇ ਹੀ ਹੋਏ ਨੇ। ਤੇ ਇਸ ਪ੍ਰਕਾਰ ਹੁਣ ਕਵੀ ਜੀ ਕਹਿੰਦੇ ਵੀ ਉਧਰ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਐਸਾ ਚਿੰਤਨ ਕਰ ਰਹੇ ਨੇ, ਸੋਚ ਰਹੇ ਨੇ, ਤੇ ਉਧਰ ਕਹਿੰਦੇ ਨੇ ਵੀ ਜੋ ਭਾਈ ਬਾਲਾ ਜੀ ਸੰਧੂ ਗੋਤ ਦੇ ਨੇ ਉਹਨਾਂ ਨੇ ਆਪਣੇ ਮਨ ਦੇ ਵਿੱਚ ਇਹ ਵਿਚਾਰਿਆ ਹੈ ਸ੍ਰੀ ਨਾਨਕ ਭੇ ਹਰ ਅਵਤਾਰ। ਕਿ ਸ਼੍ਰੋਮਣੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਵੀ ਉਸ ਪਰਮਾਤਮਾ ਅਕਾਲ ਪੁਰਖ ਦੇ ਅਵਤਾਰ ਹੋਏ ਨੇ, ਸਰਗੁਣ ਸਰੂਪ ਹੋਏ ਨੇ। ਨਿਜ ਅਸਥਾਨ ਸੋ ਕੌਣ ਬਿਠਾਇਓ। ਤੇ ਭਾਈ ਬਾਲਾ ਜੀ ਇਹ ਜਾਣਨਾ ਚਾਹੁੰਦੇ ਨੇ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਆਪਣੇ ਅਸਥਾਨ ਤੇ ਗੁਰਤਾ ਗੱਦੀ ਤੇ ਕਿਹਨੂੰ ਬਿਰਾਜਮਾਨ ਕਰਨਾ ਕੀਤਾ ਹੈ। ਤਿਸ ਦਰਸ਼ਨ ਜੀਰਾ ਲਲਚਾਇਓ। ਤੇ ਜਿਹੜੇ ਤਖਤਾਂ ਤੇ ਬਿਰਾਜਮਾਨ ਸਤਿਗੁਰੂ ਨੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਭਾਈ ਬਾਲਾ ਜੀ ਦਾ ਜਿਹੜਾ ਹਿਰਦਾ ਹੈ ਉਹ ਲਲਚਾਇਆ ਹੈ, ਭਾਵ ਕਿ ਬੇਅੰਤ ਇੱਛਾ ਪੈਦਾ ਹੋਈ ਕਿ ਜਿਹੜੇ ਗੁਰਤਾ ਗੱਦੀ ਤੇ ਬਿਰਾਜਮਾਨ ਨੇ ਹੁਣ ਸਤਿਗੁਰੂ ਜੀ ਉਹਨਾਂ ਦੇ ਦਰਸ਼ਨ ਕੀਤੇ ਜਾਣ। ਬਹੁ ਨਰਮ ਹੈ ਬੋਲਿਓ ਇਮ ਬਾਲਾ। ਕਹਿੰਦੇ ਬਹੁਤੇ ਨਰ ਜਿਹੜੇ ਸੀ ਮਨੁੱਖ ਉੱਥੇ ਜੁੜ ਕੇ ਬੈਠੇ ਹੋਏ ਸੀ, ਤੇ ਭਾਈ ਬਾਲਾ ਜੀ ਫਿਰ ਉਹਨਾਂ ਬਹੁਤੇ ਮਨੁੱਖਾਂ ਦੇ ਵਿੱਚ ਬੋਲੇ ਹਨ, ਆਪਣੀ ਰਸਨਾ ਤੋਂ ਇਸ ਵਿਚਾਰ ਨੂੰ ਪ੍ਰਗਟ ਕੀਤਾ। ਇੱਕ ਸਿੱਖ ਬਚ ਭਾਖਿਓ ਤਹਿ ਕਾਲਾ। ਕਹਿੰਦੇ ਉਹ ਜਿਹੜੇ ਸਾਰੇ ਸਿੱਖ ਬੈਠੇ ਹੋਏ ਸੀ ਉਹਨਾਂ ਸਿੱਖਾਂ ਦੇ ਵਿੱਚੋਂ ਇੱਕ ਸਿੱਖ ਨੇ ਜਿਹੜਾ ਸੀ ਬਚਨ ਕਿਹਾ ਭਾਈ ਬਾਲਾ ਜੀ ਦੇ ਤਾਈ। ਤੇਹਨ ਗੋਤ ਅੰਗਦ ਤਹਿ ਨਾਮ। ਉਹ ਕਹਿੰਦਾ ਭਾਈ ਬਾਲਾ ਜੀ ਮੈਂ ਜਾਣਦਾ
ਜਿਹੜੇ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਦੇ ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨੇ, ਉਹਨਾਂ ਦੀ ਜਿਹੜੀ ਗੋਤ ਹੈ ਉਹ ਤੇਹਣ ਹੈ, ਤੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਉਹਨਾਂ ਦਾ ਨਾਮ ਹੈ। ਗੁਰਤਾ ਉਚਿਤ ਭਇਓ ਅਭਿਰਾਮ। ਤੋ ਇਸ ਪ੍ਰਕਾਰ ਕਹਿੰਦੇ ਨੇ ਵੀ ਉਹ ਗੁਰਤਾ ਗੱਦੀ ਦੇ ਉਚਿਤ ਸੀ, ਯੋਗ ਸੀ, ਲਾਇਕ ਸੀ, ਤੇ ਬੜੇ ਸੁੰਦਰ ਸਰੂਪ ਵਾਲੇ ਐਸੇ ਸਤਿਗੁਰੂ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਹਨ। ਕਬਿਤ ਸਰੁਤ ਸੁਨ ਬਾਲੇ ਬਾਤ ਭਇਓ ਕੁਪਲ ਕਾਤ ਗਾਤ। ਤੇ ਅੱਗੇ ਕਵੀ ਜੀ ਕਿਰਪਾ ਕਰ ਰਹੇ ਨੇ ਵੀ ਭਾਈ ਬਾਲਾ ਜੀ ਦਾ ਹੁਣ ਪ੍ਰੇਮ ਬੜਾ ਗੁਰੂ ਨਾਨਕ ਸਾਹਿਬ ਨਾਲ, ਤੇ ਜਿਹੜੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਣਗੇ ਉਹ ਵੀ ਗੁਰੂ ਨਾਨਕ ਸਾਹਿਬ ਜੀ ਹੋਣਗੇ। ਤੇ ਜਦੋਂ ਕੰਨਾਂ ਦੇ ਵਿੱਚ ਭਾਈ ਬਾਲੇ ਨੇ ਇਸ ਗੱਲ ਨੂੰ ਸਰਵਣ ਕੀਤਾ ਕਿ ਗੁਰਤਾ ਗੱਦੀ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਬਿਰਾਜਮਾਨ ਨੇ, ਐਨੀ ਉਹਨਾਂ ਦੇ ਮਨ ਦੇ ਵਿੱਚ ਖੁਸ਼ੀ ਹੋਈ, ਆਨੰਦ ਬਣਿਆ ਕਿ ਉਹਨਾਂ ਦੇ ਸਰੀਰ ਦੇ ਸਾਰੇ ਜਿਹੜੇ ਰੋਮ ਸੀ ਖੜੇ ਹੋ ਗਏ। ਆਪ ਜੀ ਨੇ ਵੇਖਿਆ ਹੋਏਗਾ ਕਿ ਆਪਾਂ ਜਦੋਂ ਕਿਤੇ ਇੱਕਦਮ ਆਨੰਦ ਵਾਲੀ ਗੱਲ ਨੂੰ ਸੁਣਦੇ ਆ ਨਾ, ਉਸ ਵੇਲੇ ਕਈ ਵਾਰੀ ਐਸਾ ਹੁੰਦਾ ਵੀ ਸਰੀਰ ਦੇ ਰੋਮ ਖੜੇ ਹੋ ਜਾਂਦੇ ਨੇ। ਕਈ ਵਾਰੀ ਕੋਈ ਬੰਦਾ ਵੀਰ ਰਸ ਵਾਲੀ ਕੋਈ ਗੱਲ ਨੂੰ ਸੁਣ ਲੈਂਦਾ, ਉਦੋਂ ਉਹਦੇ ਸਰੀਰ ਦੇ ਜਿਹੜੇ ਰੋਮ ਕੇਸ ਵਾਲ ਕਹਿ ਲਈਏ ਉਹ ਖੜੇ ਹੋ ਜਾਂਦੇ ਨੇ। ਤੇ ਭਾਈ ਬਾਲੇ ਨੇ ਆਪਣੇ ਕੰਨਾਂ ਦੇ ਵਿੱਚ ਸੁਣਿਆ ਵੀ ਗੁਰੂ ਸਾਹਿਬ ਜੀ ਤਖਤਾਂ ਤੇ ਬਿਰਾਜਮਾਨ ਨੇ, ਤੇ ਇੰਨਾ ਆਨੰਦ ਪੈਦਾ ਹੋਇਆ ਕਿ ਪੁਲਕਾਵਲੀ ਜਿਹੜੀ ਸੀ ਉਹ ਸਾਰੀ ਖੜੀ ਹੋ ਗਈ, ਰੋਮ ਖੜੇ ਹੋ ਗਏ ਸਰੀਰ ਦੇ। ਆਂਗਨ ਸਮਾਤ ਚਲਿਓ ਤਹ ਤਬ ਧਾਇ ਕੈ। ਇੰਨਾ ਆਨੰਦ ਪੈਦਾ ਹੋਇਆ, ਇੰਨੀ ਖੁਸ਼ੀ ਪੈਦਾ ਹੋਈ ਕਿ ਉਹ ਖੁਸ਼ੀ ਸਰੀਰ ਦੇ ਵਿੱਚ ਮਿਆਉਂਦੀ ਨਹੀਂ, ਭਾਵ ਕਿ ਸਮਾ ਨਹੀਂ ਰਹੀ। ਸਰੀਰ ਛੋਟਾ ਹੈ, ਖੁਸ਼ੀ ਜ਼ਿਆਦਾ ਹੈ। ਤੋ ਇਸ ਤਰ੍ਹਾਂ ਦੇ ਨਾਲ ਬੜੇ ਆਨੰਦਿਤ ਹੋਏ ਭਾਈ ਬਾਲਾ ਜੀ। ਤੇ ਕਹਿੰਦੇ ਨੇ ਫਿਰ ਭਾਈ ਬਾਲਾ ਜੀ ਕੋ ਰਿਹਾ ਨਾ ਗਿਆ, ਤੇ ਬੜੀ ਕਾਹਲੀ ਦੇ ਨਾਲ ਖਡੂਰ ਸਾਹਿਬ ਵਾਲੇ ਪਾਸੇ ਨੂੰ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਚੱਲ ਪਏ। ਕਾਤਿਕ ਦਿਵਸ ਪੁੰਨਿਓ ਆਏ ਸੋ ਦੀਦਾਰ ਕੀਨੋ। ਹੁਣ ਵੇਖੋ ਕੈਸਾ ਸੰਜੋਗ ਬਣਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਵੀ ਕੱਤਕ ਦੀ ਪੂਰਨਮਾਸ਼ੀ ਨੂੰ ਅਵਤਾਰ ਧਾਰਦੇ ਨੇ। ਤੇ ਭਾਈ ਬਾਲਾ ਜੀ ਨੇ ਜਦੋਂ ਪਹਿਲਾ ਦਰਸ਼ਨ ਕੀਤਾ ਨਾ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ, ਤੇ ਕਵੀ ਜੀ ਕਹਿੰਦੇ ਉਹ ਵੀ ਕੱਤਕ ਦੇ ਮਹੀਨੇ ਦੀ ਪੁੰਨਿਆ ਦਾ ਹੀ ਦਿਨ ਸੀ, ਜਦੋਂ ਆ ਕੇ ਭਾਈ ਬਾਲੇ ਨੇ ਦਰਸ਼ਨ ਕੀਤੇ। ਕਰੀ ਕਰ ਬੰਦ ਅਬ ਬੰਦ ਸੀਸ ਨਾਇਕ। ਕਹਿੰਦੇ ਹਿਰਦੇ ਦੇ ਵਿੱਚੋਂ ਬੜੀ ਭਾਵਨਾ ਦੇ ਨਾਲ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਾਵਨ ਚਰਨਾਂ ਤੇ ਨਮਸਕਾਰ ਕੀਤੇ। ਦੇਖਤ ਮਗਨ ਭਇਓ ਆਵਨ ਸਫਲ ਕੀਓ। ਤੇ ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਭਾਈ ਬਾਲਾ ਜੀ ਮਸਤ ਹੋ ਗਏ, ਬਿਲਕੁਲ ਐਨ ਪ੍ਰੇਮ ਰੰਗ ਦੇ ਵਿੱਚ ਰੰਗੇ ਗਏ। ਤੇ ਮਨ ਦੇ ਵਿੱਚ ਸੋਚਦੇ ਨੇ ਮੈਂ ਜਿਹੜਾ ਆਪਣਾ ਇੱਥੇ ਆਉਣਾ ਹੈ ਉਹ ਸਫਲ ਕਰ ਲਿਆ ਹੈ। ਬੈਠਿਓ ਸੁਖਮਾਨ ਗੁਰ ਆਏ ਸਕੋ ਪਾਏ ਕੈ। ਤੇ ਉਧਰੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ, ਪੁਰਖਾ ਬਹਿ ਜਾ। ਤੇ ਗੁਰੂ ਸਾਹਿਬ ਜੀ ਦੀ ਆਗਿਆ ਪਾ ਕੇ ਹਿਰਦੇ ਦੇ ਵਿੱਚ ਬਹੁਤਾ ਸੁਖ ਮਾਣਦਿਆ ਹੋਇਆ ਭਾਈ ਬਾਲਾ ਜੀ ਬਹਿ ਗਏ। ਸਤ ਕਰ ਤਾਰ ਕਉ ਚਾਰ ਕੈ ਬੂਝਤ ਪੁਨ। ਤੇ ਸਾਧ ਸੰਗਤ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਉਹ ਵੀ ਕਰਤਾਰ ਕਰਤਾਰ ਬਹੁਤ ਕਰਦੇ ਸੀ ਉਸ ਪਰਮਾਤਮਾ ਦਾ ਨਾਮ। ਤੇ ਸਤ ਕਰਤਾਰ ਬਹੁਤਾ ਕਹਿਣਾ। ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਸੁਭਾਅ ਵੀ ਇਸੇ ਤਰ੍ਹਾਂ ਦੇ ਨਾਲ ਸੀ। ਤੇ ਜਦੋਂ ਭਾਈ ਬਾਲਾ ਨੇ ਨਮਸਕਾਰ ਕੀਤੀ, ਕੋਲ ਬਹਿ ਗਏ। ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਮੁਖ ਦੇ ਵਿੱਚੋਂ ਸਤ ਕਰਤਾਰ ਉਚਾਰਿਆ ਤੇ ਭਾਈ ਬਾਲਾ ਜੀ ਦੇ ਕੋਲੋਂ ਪੁੱਛਣਾ ਕੀਤਾ, ਕਿਤਹੂ ਤੇ ਆਏ ਤੁਮ ਦੀਜੀਏ ਸੁਨਾਏ ਕੈ। ਕਹਿਣ ਲੱਗੇ ਨੇ ਭਾਈ ਤੁਸੀਂ ਦੱਸੋ ਕਿੱਥੋਂ ਚੱਲ ਕੇ ਆਏ ਹੋ, ਇਹ ਸਾਨੂੰ ਸੁਣਾ ਦੇਣਾ ਕਰੋ, ਦੱਸ ਦੇਣਾ ਕਰੋ। ਦੋਹਰਾ ਜਥਾ ਸ਼ਕਤ ਜੋ ਭੇਟ ਥੀ। ਜਥਾ ਸ਼ਕਤ ਤੋਂ ਭਾਵ ਹੁੰਦਾ ਵੀ ਜਿਤਨੀ ਕੁ ਸਮਰੱਥਾ ਹੋਵੇ। ਹੁਣ ਕੋਈ ਗੁਰੂ ਸਾਹਿਬ ਨੂੰ 10 ਰੁਪਏ ਮੱਥਾ ਟੇਕਦਾ ਹੈ, ਕੋਈ 1000 ਟੇਕਣ ਵਾਲਾ ਹੈ, ਕੋਈ ਲੱਖ ਟੇਕਣ ਵਾਲਾ ਹੈ। ਜਥਾ ਸ਼ਕਤ ਤੋਂ ਭਾਵ ਜਿੰਨੇ ਭਾਵ ਕੀ ਸਮਰੱਥਾ ਹੋਵੇ। ਤੇ ਭਾਈ ਬਾਲਾ ਜੀ ਦੇ ਕੋਲ ਵੀ ਜਿੰਨੀ ਕੁ ਸਮਰੱਥਾ ਸੀ, ਕਿਉਂਕਿ ਇਹ ਦੂਰੋਂ ਹੀ ਸਾਧ ਸੰਗਤ ਜੀ ਪਿੱਛੋਂ ਹੀ ਇਹ ਵਿਧਾਨ ਹੈ, ਜਦੋਂ ਆਪਣੇ ਤੋਂ ਵੱਡੇ ਜਾਂ ਗੁਰੂ ਦੇ ਦਰਸ਼ਨ ਕਰਨੇ ਨੇ ਖਾਲੀ ਹੱਥ ਨਹੀਂ ਜਾਣਾ, ਕੁਛ ਨਾ ਕੁਛ ਜ਼ਰੂਰ ਲੈ ਕੇ ਆਉਣਾ। ਭਾਵੇਂ ਕੋਈ ਗੁਲਾਬ ਦਾ ਫੁੱਲ ਹੀ ਤੋੜ ਲਿਆਓ,
ਤੇ ਇਸ ਪ੍ਰਕਾਰ ਇਹ ਇੱਕ ਪੁਰਾਣੇ ਦਾਨਿਆਂ ਪੁਰਖਾਂ ਨੇ ਇੱਕ ਮਰਿਆਦਾ ਬਣਾਈ ਹੋਈ ਹੈ। ਤੇ ਇਸ ਪ੍ਰਕਾਰ ਬੜੀ ਭਾਵਨਾ ਇਹਦੇ ਵਿੱਚੋਂ ਝਲਕਾਰੇ ਮਾਰਦੀ ਹੈ। ਤਾਂ ਕਰਕੇ ਭਾਈ ਬਾਲਾ ਜੀ ਨੇ ਜੋ ਵੀ ਪ੍ਰੇਮ ਭਾਵਨਾ ਦੇ ਅੰਦਰ ਸਮਰੱਥਾ ਅਨੁਸਾਰ ਭੇਟਾ ਲੈ ਕੇ ਆਏ ਸੀ, ਤੇ ਉਹ ਜਿਹੜੀ ਭੇਟਾ ਸੀ ਭਾਈ ਬਾਲਾ ਜੀ ਦੇ ਕੋਲ ਆਗੇ ਧਰੀ ਬਣਾਏ। ਤੇ ਬਿਲਕੁਲ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਦੇ ਅੱਗੇ ਰੱਖ ਦਿੱਤੇ। ਪੁਨ ਬਾਲਾ ਬੋਲਤ ਭਇਓ। ਕਹਿੰਦੇ ਫਿਰ ਭਾਈ ਬਾਲਾ ਜੀ ਬੋਲਣ ਲੱਗੇ, ਗੁਰੂ ਸਾਹਿਬ ਨੂੰ ਕਹਿਣ ਲੱਗੇ, ਬਿਨੈ ਬਚਨ ਮਹਿ ਪਾਏ। ਪਰ ਕਿਵੇਂ ਕਹਿਣ ਲੱਗੇ ਨੇ? ਬੜੀ ਨਿਮਰਤਾ ਦੇ ਵਿੱਚ ਖਲੋ ਕੇ ਹੱਥ ਜੋੜ ਕੇ ਆਪਣੇ ਜਿਹੜੇ ਬਚਨ ਨੇ ਉਹਨਾਂ ਨੂੰ ਬਿਨਾਂ ਬੇਨਤੀ ਦੇ ਵਿੱਚ ਪਾ ਕੇ, ਜਿਵੇਂ ਆਪਾਂ ਅਰਦਾਸ ਕਰਦੇ ਆ ਨਾ, ਉਵੇਂ ਫਿਰ ਭਾਈ ਬਾਲਾ ਨੇ ਬੜੇ ਅਦਬ ਦੇ ਨਾਲ, ਬੜੇ ਸਤਿਕਾਰ ਦੇ ਨਾਲ ਆਪਣੇ ਜਿਹੜੇ ਬਚਨ ਸੀ, ਕਿਉਂਕਿ ਗੁਰੂ ਸਾਹਿਬ ਨੇ ਪੁੱਛਿਆ, ਤੇ ਭਾਈ ਬਾਲਾ ਜੀ ਫਿਰ ਆਪਣੇ ਬਚਨਾਂ ਨੂੰ ਬੇਨਤੀ ਰੂਪ ਕਰਕੇ ਕਹਿੰਦੇ ਹਨ। ਚੌਪਈ ਸ੍ਰੀ ਅੰਗਦ ਜੀ ਸੁਨੋ ਕਿਰਪਾਲਾ। ਕਹਿਣ ਲੱਗੇ, ਹੇ ਸ਼੍ਰੋਮਣੀ ਸ਼ੋਭਾ ਵਾਲੇ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ, ਕਿਰਪਾ ਦੇ ਘਰ ਸਤਿਗੁਰੂ ਜੀ ਸੁਣਨਾ ਕਰੋ। ਸੰਧੂ ਗੋਤ ਨਾਮ ਮੋਹਿ ਬਾਲਾ। ਮੇਰਾ ਨਾਮ ਭਾਈ ਬਾਲਾ ਹੈ ਤੇ ਮੇਰੀ ਜਿਹੜੀ ਗੋਤ ਹੈ ਉਹ ਸੰਧੂ ਹੈ। ਰਾਏ ਭੋਏ ਤਲਵੰਡੀ ਜੋ। ਕਹਿੰਦੇ ਰਾਏ ਭੋਏ ਦੀ ਜਿਹੜੀ ਤਲਵੰਡੀ ਹੈ, ਜਿਹਨੂੰ ਅੱਜ ਕੱਲ ਆਪਾਂ ਨਨਕਾਣਾ ਸਾਹਿਬ ਜੀ ਕਹਿੰਦੇ ਆ, ਕਹਿੰਦੇ ਉਹ ਜੋ ਰਾਏ ਭੋਏ ਦੀ ਤਲਵੰਡੀ ਹੈ। ਵਤਨ ਜਨਮ ਹਮਾਰਾ ਹੈ ਸੋ। ਤੋ ਸਾਡਾ ਵਤਨ ਜਿਹੜਾ ਹੈ ਉਹ ਹੈ ਗੁਰੂ ਸਾਹਿਬ ਜੀ, ਤੇ ਜਨਮ ਸਾਡਾ ਵੀ ਉਸ ਤਲਵੰਡੀ ਨਗਰ ਦਾ ਹੈ। ਗੁਰ ਦਰਸ਼ਨ ਕੀ ਲਾਲਸ ਪੂਰੀ। ਤੋ ਸਾਡੇ ਅੰਦਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ, ਮੇਰੇ ਅੰਦਰ ਤੁਹਾਡੇ ਦਰਸ਼ਨਾਂ ਦੀ ਜਿਹੜੀ ਇੱਛਾ ਸੀ ਉਹ ਬਹੁਤ ਜ਼ਿਆਦਾ ਸੀ। ਜਾਤੇ ਹੋ ਚਲਤ ਆਏ ਹਦੂਰੀ। ਇਸ ਕਰਕੇ ਮਹਾਰਾਜ ਜੀ ਮੈਂ ਤੁਹਾਡੀ ਹਜ਼ੂਰੀ ਦੇ ਵਿੱਚ, ਤੁਹਾਡੇ ਦਰਬਾਰ ਦੇ ਵਿੱਚ ਚੱਲ ਕੇ ਆ ਗਿਆ। ਅਜਰ ਜਰਨ ਔਰ ਧੀਰਜ ਧਾਰੀ। ਇਸ ਪ੍ਰਕਾਰ ਮਹਾਰਾਜ ਜੀ ਆਪ ਜੀ ਬਹੁਤ ਵੱਡੀਆਂ ਸ਼ਕਤੀਆਂ ਨੂੰ ਜਰਨ ਵਾਲੇ, ਆਪਣੇ ਹਿਰਦੇ ਦੇ ਵਿੱਚ ਟਿਕਾਉਣ ਵਾਲੇ, ਤੇ ਬੜੇ ਹੀ ਧੀਰਜ ਨੂੰ ਧਾਰਨ ਕਰਨ ਵਾਲੇ ਹੋ। ਸੁਣੀ ਆਪ ਕੀ ਮਹਿਮਾ ਭਾਰੀ। ਤੇ ਹੈ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ, ਆਪ ਜੀ ਦੀ ਜਿਹੜੀ ਵਡਿਆਈ ਹੈ ਉਹ ਬਹੁਤ ਜ਼ਿਆਦਾ ਸਿੱਖਾਂ ਕੋਲੋਂ ਸਰਵਣ ਕਰਨਾ ਕੀਤੀ ਹੈ। ਕਹਿ ਸ੍ਰੀ ਅੰਗਦ ਤੁਮ ਗੁਰ ਕੋ ਹੈ। ਇਸ ਪ੍ਰਕਾਰ ਧੰਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਕਹਿੰਦੇ ਨੇ, ਭਾਈ ਬਾਲਾ ਜੀ ਕਿਰਪਾ ਕਰਕੇ ਦੱਸੋ ਵੀ ਤੁਹਾਡਾ ਗੁਰੂ ਕੌਣ ਹੈ। ਕਰਹੁ ਉਚਾਰਨ ਨਿਜ ਮਤ ਜੋ ਹੈ। ਜੋ ਤੁਹਾਡੀ ਆਪਣੀ ਮਤ ਹੈ, ਜਾਂ ਜਿਹੜੀ ਗੁਰਮਤ ਨੂੰ ਤੁਸੀਂ ਧਾਰਨ ਕੀਤਾ ਹੈ, ਉਹ ਕਿਰਪਾ ਕਰਕੇ ਉਚਾਰਨ ਭਾਵ ਕੀ ਕਹਿਣਾ ਕਰੋ। ਮਧੁਰ ਬਚਨ ਸ਼ਬ ਮਿਰਦਲ ਸੁਭਾਉ। ਇਸ ਕਰਕੇ ਹੇ ਭਾਈ ਬਾਲਾ ਜੀ, ਤੇਰੇ ਬਚਨ ਬੜੇ ਮਿੱਠੇ ਨੇ, ਤੇ ਤੇਰਾ ਜਿਹੜਾ ਸੁਭਾਅ ਬੜਾ ਸਿੱਧਾ ਸਾਦਗੀ ਵਾਲਾ ਹੈ। ਵਿਸ਼ਯਨ ਬਾਉ ਸਪਰਸ ਨਾ ਕਾਉ। ਇਸ ਪ੍ਰਕਾਰ ਕਹਿੰਦੇ ਨੇ, ਸਾਨੂੰ ਐਸਾ ਪ੍ਰਤੀਤ ਹੋ ਰਿਹਾ ਕਿ ਵਿਸ਼ੇ ਵਿਕਾਰਾਂ ਦੀ ਹਵਾ ਨੇ ਸਪਰਸ਼ ਨਾ ਕਾਉ, ਤੁਹਾਨੂੰ ਜਿਹੜਾ ਸਪਰਸ਼ ਨਹੀਂ ਕੀਤਾ, ਭਾਵ ਕਿ ਤੁਸੀਂ ਵਿਸ਼ਿਆਂ ਵਿਕਾਰਾਂ ਤੋਂ ਦੂਰ ਹੋ। ਹਾਥ ਬੰਦ ਬੋਲਿਓ ਬਚ ਬਾਲਾ। ਕਹਿੰਦੇ ਉਸ ਵੇਲੇ ਆਪਣੇ ਦੋਵੇਂ ਹੱਥਾਂ ਨੂੰ ਜੋੜ ਕੇ ਭਾਈ ਬਾਲਾ ਜੀ ਬੋਲੇ ਹਨ। ਸਭ ਰਾਵਰ ਕੋ ਗਿਆਤ ਵਿਸਾਲਾ। ਇਸ ਕਰਕੇ ਕਹਿੰਦੇ ਆਪ ਜੀ ਨੂੰ ਸਾਰਾ ਹੀ ਗਿਆਤ ਹੈ ਮਹਾਰਾਜ ਜੀ, ਆਪ ਤੇ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਜਿਵੇਂ ਆਪਾਂ ਪੜ੍ਹਦੇ ਹਾਂ ਗੁਰੂ ਦੇ ਵਚਨ। ਤੇ ਭਾਈ ਬਾਲਾ ਜੀ ਕਹਿੰਦੇ, ਮਹਾਰਾਜ ਮੈਂ ਤੁਹਾਨੂੰ ਕੀ ਦੱਸਾਂ, ਆਪ ਦੇ ਖੋਟਾ ਖੰਡਾ ਬ੍ਰਹਮੰਡਾਂ ਨੂੰ ਜਾਣਨ ਵਾਲੇ ਹੋ, ਤੇ ਇਸ ਕਰਕੇ ਸਭ ਆਪ ਜੀ ਨੂੰ ਗਿਆਤ ਹੈ। ਤਦਪ ਜੋ ਤੁਮ ਪੁੱਛਨ ਅਨੁਸਾਰੀ। ਤਦਪ ਤੋਂ ਭਾਵ ਹੁੰਦਾ ਫੇਰ ਵੀ, ਕਹਿੰਦੇ ਫੇਰ ਵੀ ਗੁਰੂ ਸਾਹਿਬ ਜੀ, ਜੇ ਤੁਸੀਂ ਮੈਨੂੰ ਪੁੱਛਦੇ ਹੋ ਨਾ, ਫਿਰ ਮੈਂ ਤੁਹਾਡੇ ਪੁੱਛਣ ਅਨੁਸਾਰ ਤੁਹਾਨੂੰ ਦੱਸਦਾ ਹਾਂ। ਸੁਨਹੁ ਆਪ ਮੈਂ ਕਹੋ ਸੁਧਾਰੀ। ਤੇ ਹੇ ਸਤਿਗੁਰੂ ਕਿਰਪਾਲੂ ਜੀ, ਆਪ ਜੀ ਕਿਰਪਾ ਕਰੋ, ਰਹਿਮਤ ਕਰੋ, ਆਪ ਜੀ ਸੁਣਨਾ ਕਰੋ, ਤੇ ਮੈਂ ਆਪਣੇ ਬਚਨਾਂ ਨੂੰ ਸੋਧ ਕੇ ਸ਼ਰਧਾ ਭਾਵਨਾ ਦੇ ਨਾਲ ਤੁਹਾਡੇ ਅੱਗੇ ਕਹਿਣਾ ਕਰਦਾ। ਤੇ ਭਾਈ ਬਾਲਾ ਜੀ ਕਿਵੇਂ ਬਚਨ ਕਹਿੰਦੇ ਨੇ, ਕੀ ਬਚਨ ਕਹਿੰਦੇ ਨੇ, ਉਹ ਆਪਾਂ ਆਉਣ ਵਾਲੀ ਕਥਾ ਦੇ ਵਿੱਚ ਸੁਣ ਕੇ ਨਿਹਾਲ ਹੋਣ ਦਾ ਯਤਨ ਕਰਾਂਗੇ, ਕਿਉਂਕਿ 8 ਵਜੇ ਦਾ ਸਮਾਂ, ਤੇ ਸਮੇਂ ਦੇ ਵਿੱਚ ਰਹਿ ਕੇ ਜਿਹੜੀ ਗੱਲ ਕੀਤੀ ਜਾਵੇ ਉਹਦੀ ਹੀ ਸਾਧ ਸੰਗਤ ਜੀ ਸੋਭਾ ਹੈ। ਕੋਟ ਖੰਡ ਬ੍ਰਹਮੰਡ ਸੂਰਜ ਚੰਦਰਮਾ ਸਾਰੇ ਸਮੇਂ ਦੇ ਵਿੱਚ ਹੀ ਨੇ,
ਜੇ ਉਹ ਕਿਤੇ ਆਪਣਾ ਸਮਾਂ ਬਦਲ ਦੇਣ ਤੇ ਹਾਲਤ ਜਿਹੜੀ ਹੈ ਵਿਗੜ ਜਾਂਦੀ ਹੈ ਸ੍ਰਿਸ਼ਟੀ ਦੀ। ਤੇ ਇਸ ਕਰਕੇ ਸਮੇਂ ਦੇ ਵਿੱਚ ਰਹਿ ਕੇ ਹੀ ਗੱਲ ਕਰਨੀ ਸ਼ੋਭਾਦਾਇਕ ਹੈ। ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ ਇਸ ਅਸਥਾਨ ਤੇ, ਇਸ ਦਰਬਾਰ ਤੇ, ਆਪ ਗੁਰੂ ਕੀਆਂ ਸੰਗਤਾਂ ਤੇ ਜੋ ਅੰਮ੍ਰਿਤਮਈ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਦੀ ਕਥਾ ਪ੍ਰਾਰੰਭ ਹੋਈ ਹੈ। ਤਾਂ ਆਪ ਗੁਰੂ ਕੀਆਂ ਸੰਗਤਾਂ ਨੇ ਪਾਈ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨ ਦਾ ਯਤਨ ਕਰਨਾ। ਆਪਾਂ ਸਾਧ ਸੰਗਤ ਜੀ ਕਥਾ ਤੇ ਆਪਾਂ ਮੋਬਾਈਲ ਤੋਂ, ਟੀਵੀ ਤੋਂ ਬੜੀ ਸੁਣ ਲੈਂਦੇ ਆ, ਪਰ ਜਿਹੜਾ ਗੁਰੂ ਕੇ ਦਰ ਦੇ ਉੱਤੇ ਚੱਲ ਕੇ ਆਉਣਾ ਨਾ, ਉਹ ਫਿਰ ਕਦਮ ਕਦਮ ਤਾਂ ਚੱਲੇ ਚੱਲੇ ਦਾ ਸਾਨੂੰ ਫਲ ਮਿਲਦਾ ਹੈ। ਤੇ ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਤਾਂ ਕੇਵਲ ਸਰੀਰ ਦਾ ਹੀ ਪੈਂਡਾ ਨਹੀਂ ਚੱਲਣਾ, ਮਨ ਦਾ ਪੈਂਡਾ ਵੀ ਚੱਲਣਾ। ਇਹ ਨਾ ਹੋਵੇ ਵੀ ਸਰੀਰ ਤੁਰਦੇ ਰਹਿਣ ਤੇ ਮਨ ਸਾਡਾ ਉੱਥੇ ਹੀ ਖੜਿਆ ਰਹੇ। ਮਨ ਨੂੰ ਵੀ ਬਦਲਣਾ ਹੈ, ਮਨ ਨੂੰ ਵੀ ਗੁਰਮਤੀਆ ਬਣਾਉਣਾ ਹੈ। ਜਦੋਂ ਸਰੀਰ ਕਰਕੇ, ਮਨ ਕਰਕੇ ਦੋਵੇਂ ਪੈਂਡੇ ਚੱਲੇ ਜਾਣਗੇ, ਫਿਰ ਗੁਰੂ ਸਾਹਿਬ ਜੀ ਸਾਡੇ ਤੋਂ ਦੂਰ ਨਹੀਂ, ਹਾਜ਼ਰ ਨਾਜ਼ਰ ਨੇ। ਫਿਰ ਸਮਝ ਲਓ ਵੀ ਗੁਰੂ ਨਾਨਕ ਨੇ ਸਾਡੀ ਬਾਹ ਨੂੰ ਫੜਿਆ ਹੋਇਆ ਤੇ ਭਰੋਸਾ ਰੱਖਣਾ। ਗੁਰੂ ਨਾਨਕ ਸਾਹਿਬ ਜੀ ਕਦੇ ਵੀ ਸਾਨੂੰ ਸੰਸਾਰ ਸਮੁੰਦਰ 'ਚ ਡੁੱਬਣ ਨਹੀਂ ਦੇਣਗੇ, ਜ਼ਰੂਰ ਆਪਣੇ ਵਿੱਚ ਭੇਦ ਕਰਨਗੇ। ਸਤਿਗੁਰੂ ਜੀ ਕਿਰਪਾ ਕਰਨ। ਜੋ ਵੀ ਸੰਗਤਾਂ ਨੇ ਹਾਜ਼ਰੀ ਭਰੀ ਹੈ, ਗੁਰੂ ਕਾ ਜੋ ਇਹ ਜਸ ਰੂਪੀ ਇਤਿਹਾਸ ਹੈ, ਇਹਦੇ ਤੋਂ ਸਤਿਗੁਰੂ ਜੀ ਕਿਰਪਾ ਕਰਨ, ਭਾਵਨਾ ਸ਼ਰਧਾ ਬਣੇ। ਆਪਾਂ ਨਿਗੁਰੇਪਨ ਦੀ ਝੂਠ ਨੂੰ ਲਾ ਕੇ ਗੁਰੂ ਵਾਲੇ ਬਣੀਏ, ਮਨਮਤ ਨੂੰ ਤਿਆਗ ਕੇ ਗੁਰਮਤਿ ਦੇ ਧਾਰਨੀ ਬਣੀਏ, ਜਿਹਦੇ ਨਾਲ ਲੋਕ ਪਰਲੋਕ ਸੁਹੇਲਾ ਹੋਵੇਗਾ। ਹੁਣ ਇੱਥੇ ਹੀ 2 ਪੰਕਤੀਆਂ ਪੜ੍ਹ ਕੇ ਕਥਾ ਨੂੰ ਵਿਸਰਾਮ ਦਿੰਦੇ ਹਾਂ ਜੀ। ਤਦਪ ਜੋ ਤੁਮ ਪੁੱਛਨ ਅਨੁਸਾਰੀ, ਸੁਨੋ ਆਪ ਮੈਂ ਕਹੋ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।